ਸਤਿ ਸ੍ਰੀ ਅਕਾਲ। ਅੱਜ ਆਪਾਂ ਗੱਲ ਕਰ ਰਹੇ ਹਾਂ ਇੱਕ ਬਹੁਤ ਹੀ ਖਾਸ ਦੇਵੀ ਬਾਰੇ, ਸਰਸਵਤੀ। ਹਾਂਜੀ, ਗਿਆਨ, ਸੰਗੀਤ, ਕਲਾ, ਬੁੱਧੀ ਦੀ ਦੇਵੀ। ਬਿਲਕੁਲ। ਤੇ ਸਾਡੇ ਕੋਲ ਅੱਜ ਕਾਫੀ ਕੁਝ ਹੈ, ਪੁਰਾਣਾ ਚੋਂ ਕਹਾਣੀਆਂ, ਮੂਰਤੀਆਂ ਦਾ ਮਤਲਬ, ਤਿਉਹਾਰ ਤੇ ਹੋਰ ਧਰਮਾਂ 'ਚ ਵੀ ਉਹਨਾਂ ਦਾ ਜ਼ਿਕਰ। ਹਾਂ, ਕੋਸ਼ਿਸ਼ ਇਹੀ ਰਹੇਗੀ ਕਿ ਆਪਾਂ ਇਹਨਾਂ ਦੇ ਵੱਖ-ਵੱਖ ਪਹਿਲੂਆਂ ਨੂੰ, ਮਤਲਬ ਉਹਨਾਂ ਦੀ ਗੁੰਝਲਦਾਰਤਾ ਨੂੰ ਥੋੜਾ ਸਮਝ ਸਕੀਏ। ਚਲੋ ਫਿਰ ਸ਼ੁਰੂ ਕਰਦੇ ਹਾਂ ਉਹਨਾਂ ਦੇ ਕੀ ਕਹਿੰਦੇ ਨੇ ਮਿਥਿਹਾਸਿਕ ਪਿਛੋਕੜ ਤੋਂ। ਪੁਰਾਣਾ 'ਚ ਨਾ ਕਾਫੀ ਵੱਖਰੀਆਂ ਗੱਲਾਂ ਮਿਲਦੀਆਂ ਨੇ। ਹਾਂ, ਕਾਫੀ। ਜਿਵੇਂ ਮਤਸਿਆ ਪੁਰਾਣ ਤੇ ਭਾਗਵਤ ਪੁਰਾਣ ਕਹਿੰਦੇ ਨੇ ਕਿ ਉਹ ਬ੍ਰਹਮਾ ਦੀ ਧੀ ਵੀ ਸੀ ਤੇ ਪਤਨੀ ਵੀ। ਹਾਂ, ਇਹ ਵਾਲੀ ਕਹਾਣੀ ਹੈ ਤੇ ਇਹਦੇ ਵੀ ਅੱਗੇ ਕਈ ਰੂਪ ਨੇ। ਅੱਛਾ। ਹਾਂਜੀ, ਇੱਕ ਪਾਸੇ ਕਹਿੰਦੇ ਨੇ ਬ੍ਰਹਮਾ ਆਪਣੀ ਰਚਨਾ ਸਰਸਵਤੀ ਤੇ ਮੋਹਿਤ ਹੋ ਗਏ, ਫਿਰ ਕੁਝ ਕਹਿੰਦੇ ਨੇ ਸਰਸਵਤੀ ਨੇ ਸ਼ਰਾਪ ਦਿੱਤਾ। ਓਹੋ। ਤੇ ਦੂਜੇ ਪਾਸੇ ਕੁਝ ਗ੍ਰੰਥ ਕਹਿੰਦੇ ਨੇ ਕਿ ਨਹੀਂ, ਸ੍ਰਿਸ਼ਟੀ ਨੂੰ ਅੱਗੇ ਵਧਾਉਣ ਲਈ, ਜਿਵੇਂ ਸਵੈਨਭੂ ਮਨੂ ਦੀ ਰਚਨਾ ਲਈ ਉਹਨਾਂ ਦਾ ਮਿਲਣਾ ਜ਼ਰੂਰੀ ਸੀ। ਮਤਲਬ ਹਰ ਕਹਾਣੀ ਦਾ ਆਪਣਾ ਇੱਕ ਨਜ਼ਰੀਆ ਹੈ। ਬਿਲਕੁਲ। ਤੇ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ, ਉਹਨਾਂ ਨੂੰ ਵਿਸ਼ਨੂੰ ਦੀ ਜੀਵ ਵੀ ਕਿਹਾ ਗਿਆ ਹੈ। ਸੱਚੀ? ਹਾਂ, ਤੇ ਇੱਕ ਹੋਰ ਕਹਾਣੀ ਮੁਤਾਬਿਕ ਉਹ ਪਹਿਲਾਂ ਵਿਸ਼ਨੂੰ ਦੀਆਂ 3 ਪਤਨੀਆਂ ਲక్ష్ਮੀ ਤੇ ਗੰਗਾ ਦੇ ਨਾਲ ਵਿੱਚੋਂ ਇੱਕ ਸਨ। ਅੱਛਾ। ਪਰ ਉਹਨਾਂ 'ਚ ਆਪਸੀ ਝਗੜਾ ਹੋ ਗਿਆ ਤੇ ਫਿਰ ਉਹਨਾਂ ਨੂੰ ਬ੍ਰਹਮਾ ਦੀ ਪਤਨੀ ਬਣਨ ਦਾ ਹੁਕਮ ਹੋਇਆ। ਕਮਾਲ ਹੈ, ਮਤਲਬ ਰਿਸ਼ਤੇ ਕਾਫੀ ਉਲਝੇ ਹੋਏ ਨੇ। ਹਾਂ, ਤੇ ਸ਼ਿਵ ਪੁਰਾਣ 'ਚ ਸ਼ਿਵ ਉਹਨਾਂ ਦੀ ਰੱਖਿਆ ਕਰਦੇ ਨੇ। ਫਿਰ ਸ਼ਕਤੀ ਪਰੰਪਰਾ 'ਚ ਦੇਖੀਏ ਤਾਂ ਉਹ ਤ੍ਰਿਦੇਵੀ ਦਾ ਹਿੱਸਾ ਨੇ, ਮਹਾਕਾਲੀ, ਮਹਾਲక్ష్ਮੀ, ਮਹਾਸਰਸਵਤੀ। ਹਾਂ, ਤ੍ਰਿਦੇਵੀ। ਤੇ ਉੱਥੇ ਉਹ ਰਜਸ ਗੁਣ ਯਾਨੀ ਕਿਰਿਆ, ਊਰਜਾ, ਰਚਨਾਤਮਕਤਾ ਉਸ ਦੀ ਪ੍ਰਤੀਕ ਨੇ। ਇਹ ਸਭ ਉਹਨਾਂ ਦੇ ਬਹੁਪੱਖੀ ਰੂਪ ਨੂੰ ਦਰਸਾਉਂਦਾ ਹੈ ਨਾ। ਬਿਲਕੁਲ। ਇੰਨੇ ਸਾਰੇ ਰੂਪਾਂ ਤੋਂ ਬਾਅਦ ਆਓ ਉਹਨਾਂ ਦੇ ਸਰੂਪ ਤੇ ਗੱਲ ਕਰੀਏ। ਮਤਲਬ ਜੋ ਮੂਰਤੀਆਂ 'ਚ ਦਿਸਦਾ ਉਹ ਤਾਂ ਬੜਾ ਸ਼ਾਂਤ ਤੇ ਸੁੰਦਰ ਹੁੰਦਾ ਹੈ ਨਾ। ਹਾਂਜੀ, ਆਮ ਤੌਰ ਤੇ 4 ਬਾਹਾਂ, ਸਫੇਦ ਕੱਪੜੇ, ਚਿੱਟਾ ਕਮਲ। ਹਾਂ, ਤੇ ਹਰ ਚੀਜ਼ ਦਾ ਕੋਈ ਮਤਲਬ ਹੈ ਨਾ। ਬਿਲਕੁਲ ਬਿਲਕੁਲ। ਜਿਵੇਂ 4 ਬਾਹਾਂ, ਉਹ ਮਨ, ਬੁੱਧੀ, ਚਿੱਤ ਤੇ ਅਹੰਕਾਰ, ਮਨੁੱਖੀ ਸ਼ਖਸੀਅਤ ਦੇ 4 ਪਹਿਲੂ। ਅੱਛਾ, ਤੇ ਹੱਥਾਂ 'ਚ ਜਿਹੜੀਆਂ ਚੀਜ਼ਾਂ ਨੇ ਉਹਨਾਂ ਦਾ ਵੀ ਖਾਸ ਮਹੱਤਵ ਹੈ। ਵੀਣਾ ਤਾਂ ਸਭ ਨੂੰ ਪਤਾ, ਕਲਾ ਤੇ ਸੰਗੀਤ ਦੀ। ਹਾਂ, ਉਹ ਤਾਂ ਮੁੱਖ ਪਹਿਚਾਨ ਹੈ। ਫਿਰ ਪੁਸਤਕ ਜਾਂ ਪੋਥੀ, ਉਹ ਗਿਆਨ, ਵੇਦਾਂ ਦੀ ਪ੍ਰਤੀਕ। ਅਕਸ਼ਮਾਲਾ ਯਾਨੀ ਮਾਲਾ, ਉਹ ਧਿਆਨ ਤੇ ਅਨੁਸ਼ਾਸਨ ਲਈ। ਤੇ ਕਈ ਵਾਰੀ ਪਾਣੀ ਦਾ ਭਾਂਡਾ, ਕਮੰਡਲੂ ਵੀ ਹੁੰਦਾ ਹੈ। ਹਾਂ, ਕਮੰਡਲੂ ਪਵਿੱਤਰਤਾ ਦਾ ਪ੍ਰਤੀਕ ਹੈ। ਤੇ ਸਾਰਾ ਕੁਝ ਸਫੈਦ ਰੰਗ 'ਚ, ਕੱਪੜੇ, ਕਮਲ, ਇਹ ਸ਼ੁੱਧਤਾ ਤੇ ਸੱਚੇ ਗਿਆਨ ਨੂੰ ਦਰਸਾਉਂਦਾ ਹੈ। ਤੇ ਉਹਨਾਂ ਦਾ ਵਾਹਨ ਹੰਸ, ਉਹਦਾ ਕੀ ਖਾਸ ਮਤਲਬ ਹੈ? ਹੰਸ, ਹਾਂਜੀ, ਉਹ ਬਹੁਤ ਅਹਿਮ ਹੈ। ਕਹਿੰਦੇ ਨੇ ਹੰਸ 'ਚ ਦੁੱਧ ਤੇ ਪਾਣੀ ਵੱਖ ਕਰਨ ਦੀ ਤਾਕਤ ਹੁੰਦੀ ਹੈ। ਅੱਛਾ। ਤਾਂ ਇਹ ਵਿਵੇਕ ਦਾ ਪ੍ਰਤੀਕ ਹੋਇਆ, ਯਾਨੀ ਸਹੀ ਗਲਤ, ਚੰਗੇ ਮਾੜੇ ਦੀ ਪਛਾਣ ਕਰਨ ਦੀ ਯੋਗਤਾ। ਗਿਆਨ ਲਈ ਵਿਵੇਕ ਬਹੁਤ ਜ਼ਰੂਰੀ ਹੈ ਨਾ। ਹਾਂ, ਇਹ ਤਾਂ ਬਹੁਤ ਡੂੰਗੀ ਗੱਲ ਹੈ। ਕਈ ਵਾਰ ਮੋਰ ਵੀ ਦਿਖਾਉਂਦੇ ਨੇ। ਹਾਂ, ਮੋਰ ਵੀ ਹੁੰਦਾ ਹੈ ਜੋ ਸੁੰਦਰਤਾ ਤੇ ਕਲਾ ਦਾ ਪ੍ਰਤੀਕ ਹੈ, ਪਰ ਹੰਸ ਵਾਲਾ ਵਿਵੇਕ ਦਾ ਪੱਖ ਉਹ ਗਿਆਨ ਨਾਲ ਜ਼ਿਆਦਾ ਜੁੜਦਾ ਹੈ। ਠੀਕ ਹੈ, ਚਲੋ ਹੁਣ ਪੂਜਾ ਦੀ ਗੱਲ ਕਰੀਏ। ਬਸੰਤ ਪੰਚਮੀ ਦਾ ਤਿਉਹਾਰ ਤਾਂ ਸਿੱਧਾ ਸਰਸਵਤੀ ਜੀ ਨਾਲ ਜੁੜਿਆ ਹੋਇਆ ਹੈ। ਹਾਂ ਜੀ, ਬਿਲਕੁਲ। ਬਸੰਤ ਪੰਚਮੀ ਨੂੰ ਤਾਂ ਸਰਸਵਤੀ ਪੂਜਾ ਦਾ ਦਿਨ ਹੀ ਮੰਨਿਆ ਜਾਂਦਾ ਹੈ। ਕਹਿੰਦੇ ਨੇ ਉਹਨਾਂ ਦਾ ਜਨਮ ਦਿਨ ਹੁੰਦਾ ਹੈ। ਇਸ ਦਿਨ ਖਾਸ ਤੌਰ ਤੇ ਵਿਦਿਆਰਥੀ, ਕਲਾਕਾਰ ਵਗੈਰਾ ਪੂਜਾ ਕਰਦੇ ਨੇ। ਹਾਂ, ਗਿਆਨ ਤੇ ਕਲਾ ਨਾਲ ਜੁੜਿਆ ਹਰ ਕੋਈ। ਸਕੂਲਾਂ, ਕਾਲਜਾਂ 'ਚ ਵੀ ਖਾਸ ਪ੍ਰੋਗਰਾਮ ਹੁੰਦੇ ਨੇ। ਪੀਲੇ ਰੰਗ ਦਾ ਬਹੁਤ ਮਹੱਤਵ ਹੈ ਇਸ ਦਿਨ। ਹਾਂ, ਪੀਲੇ ਕੱਪੜੇ, ਪੀਲੇ ਫੁੱਲ। ਹਾਂ, ਪੀਲਾ ਰੰਗ ਬਸੰਤ ਦਾ, ਖੁਸ਼ਹਾਲੀ ਦਾ ਤੇ ਗਿਆਨ ਦੇ ਖਿੜਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਖਾਣੇ 'ਚ ਵੀ ਪੀਲੇ ਪਕਵਾਨ, ਜਿਵੇਂ ਕੇਸਰ ਵਾਲਾ ਹਲਵਾ ਜਾਂ ਮਿੱਠੇ ਚੌਲ। ਤੇ ਪੰਜਾਬ 'ਚ ਤਾਂ ਪਤੰਗਬਾਜ਼ੀ ਬਹੁਤ ਹੁੰਦੀ ਹੈ ਇਸ ਦਿਨ। ਹਾਂ, ਪੰਜਾਬ 'ਚ ਪਤੰਗ ਉਡਾਣਾ ਇੱਕ ਵੱਡੀ ਰਵਾਇਤ ਹੈ ਬਸੰਤ ਪੰਚਮੀ ਦੀ। ਉਧਰ ਬੰਗਾਲ 'ਚ ਖਿਚੜੀ ਤੇ ਬੇਰ ਦੀ ਚਟਨੀ ਖਾਸ ਬਣਦੀ ਹੈ। ਤੇ ਉਹ ਮਸ਼ਹੂਰ ਪ੍ਰਾਰਥਨਾ ਯਾ ਕੁੰਦੇਂਦੂ। ਹਾਂ, ਯਾ ਕੁੰਦਿੰਦ ਤੁਸ਼ਾਰਹਾਰ ਥਵਲਾ, ਇਹ ਸਰਸਵਤੀ ਵੰਦਨਾ ਬਹੁਤ ਗਾਈ ਜਾਂਦੀ ਹੈ। ਇਸ 'ਚ ਦੇਵੀ ਦੇ ਸ਼ੁੱਧ ਚਿੱਟੇ ਰੂਪ ਦੀ ਉਸਤਤ ਹੈ ਤੇ ਅਗਿਆਨਤਾ ਨੂੰ ਦੂਰ ਕਰਨ ਦੀ ਬੇਨਤੀ ਹੈ। ਇਹ ਸਭ ਤਾਂ ਬਹੁਤ ਦਿਲਚਸਪ ਹੈ, ਪਰ ਜੋ ਤੁਸੀਂ ਪਹਿਲਾਂ ਇਸ਼ਾਰਾ ਕੀਤਾ ਸੀ ਕਿ ਉਹ ਸਿਰਫ ਹਿੰਦੂ ਧਰਮ 'ਚ ਹੀ ਨਹੀਂ। ਹਾਂ, ਇਹ ਬਹੁਤ ਅਹਿਮ ਨੁਕਤਾ ਹੈ। ਸਰਸਵਤੀ ਦਾ ਪ੍ਰਭਾਵ ਦੂਜੇ ਧਰਮਾਂ ਤੱਕ ਵੀ ਪਹੁੰਚਿਆ ਹੈ। ਜਿਵੇਂ ਕਿ ਜੈਨ ਧਰਮ 'ਚ ਉਹਨਾਂ ਨੂੰ ਸ਼ਰੁਤ ਦੇਵਤਾ ਕਹਿੰਦੇ ਨੇ। ਸ਼ਰੁਤ ਦੇਵਤਾ? ਹਾਂ, ਯਾਨੀ ਸੁਣੇ ਹੋਏ ਗਿਆਨ ਜਾਂ ਪਵਿੱਤਰ ਗ੍ਰੰਥਾਂ ਦੀ ਦੇਵੀ, ਜਿਨ ਵਾਣੀ ਦੀ ਦੇਵੀ। ਇੱਥੇ ਮੰਨਿਆ ਜਾਂਦਾ ਹੈ ਕਿ ਉਹਨਾਂ ਦਾ ਨਾਮ ਸਰਸ ਯਾਨੀ ਝੀਲ ਤੇ ਸਾਈ ਯਾਨੀ ਯਾਦ ਤੋਂ ਬਣਿਆ, ਜਿਨ੍ਹਾਂ ਦੇ ਬਚਨਾਂ ਦੀ ਯਾਦ ਦਾ ਸਾਗਰ। ਅੱਛਾ। ਤੇ ਸਭ ਤੋਂ ਹੈਰਾਨੀ ਵਾਲੀ ਗੱਲ ਸ਼ਾਇਦ ਇਹ ਹੈ ਕਿ ਸਰਸਵਤੀ ਦੀ ਸਭ ਤੋਂ ਪੁਰਾਣੀ, ਮਤਲਬ ਜਿਸ ਤੇ ਤਾਰੀਖ ਲਿਖੀ ਹੈ, ਉਹ ਮਥੁਰਾ ਤੋਂ ਮਿਲੀ ਹੈ, ਲਗਭਗ 132 ਈਸਵੀ ਦੀ, ਤੇ ਉਹ ਜੈਨ ਪਰੰਪਰਾ ਦੀ ਹੈ। ਵਾਹ, ਇਹ ਤਾਂ ਕਮਾਲ ਦੀ ਜਾਣਕਾਰੀ ਹੈ। ਤੇ ਬੁੱਧ ਧਰਮ ਰਾਹੀਂ ਫਿਰ ਹੋਰ ਦੇਸ਼ਾਂ 'ਚ ਵੀ? ਹਾਂਜੀ, ਬੁੱਧ ਧਰਮ ਦੇ ਨਾਲ-ਨਾਲ ਉਹਨਾਂ ਦੀ ਧਾਰਨਾ ਚੀਨ ਪਹੁੰਚੀ, ਜਿੱਥੇ ਉਹ ਬਿਯੋਨ ਕਾਈਟੀਅਨ ਯਾਨੀ ਬੋਲਣ ਦੀ ਕਲਾ ਦੀ ਦੇਵੀ ਬਣ ਗਈ। ਅੱਛਾ, ਵਕਤ੍ਰਿਤਵ ਦੀ ਦੇਵੀ। ਹਾਂ, ਫਿਰ ਮਿਆਂਮਾਰ ਤੇ ਥਾਈਲੈਂਡ 'ਚ ਸੂਰਾਸਾਤੀ, ਗ੍ਰੰਥਾਂ ਦੀ ਰੱਖਿਅਕ, ਤੇ ਖਾਸ ਕਰਕੇ ਜਾਪਾਨ 'ਚ। ਜਾਪਾਨ? ਹਾਂ। ਉੱਥੇ ਕੀ ਨਾਮ ਹੈ? ਉੱਥੇ ਉਹਨਾਂ ਨੂੰ ਬਿਨਜ਼ਾਈਥਨ ਕਹਿੰਦੇ ਨੇ, ਤੇ ਉਹ ਬਹੁਤ ਹੀ ਮਸ਼ਹੂਰ ਨੇ। ਜਾਪਾਨ ਦੇ 7 ਭਾਗਸ਼ਾਲੀ ਦੇਵਤਿਆਂ 'ਚੋਂ ਇੱਕ ਨੇ। 7 ਭਾਗਸ਼ਾਲੀ ਦੇਵਤਿਆਂ 'ਚੋਂ ਇੱਕ, ਮਤਲਬ ਕਾਫੀ ਅਹਿਮੀਅਤ ਹੈ ਉੱਥੇ। ਬਹੁਤ ਜ਼ਿਆਦਾ। ਉੱਥੇ ਉਹ ਦੌਲਤ, ਕਿਸਮਤ, ਸੰਗੀਤ, ਕਲਾ ਸਭ ਨਾਲ ਜੁੜੇ ਹੋਏ ਨੇ। ਇਹ ਦਿਖਾਉਂਦਾ ਹੈ ਕਿ ਗਿਆਨ ਤੇ ਕਲਾ ਦੀ ਕਦਰ ਹਰ ਪਾਸੇ ਹੈ। ਸਹੀ ਗੱਲ ਹੈ। ਤੇ ਅੱਜ ਦੇ ਜ਼ਮਾਨੇ 'ਚ ਵੀ ਉਹਨਾਂ ਦਾ ਅਸਰ ਦਿਸਦਾ ਹੈ, ਹਨਾ? ਜਿਵੇਂ ਯੂਨੀਵਰਸਿਟੀਆਂ ਦੇ ਲੋਗੋ ਵਗੈਰਾ 'ਚ। ਬਿਲਕੁਲ। ਬਨਾਰਸ ਹਿੰਦੂ ਯੂਨੀਵਰਸਿਟੀ BHU ਦੇ ਪ੍ਰਤੀਕ ਚਿੰਨ੍ਹ 'ਚ ਸਰਸਵਤੀ ਜੀ ਦੀ ਤਸਵੀਰ ਹੈ, ਤੇ ਉਹ ਆਪਣਾ ਸਥਾਪਨਾ ਦਿਵਸ ਵੀ ਬਸੰਤ ਪੰਚਮੀ ਸਰਸਵਤੀ ਪੂਜਾ ਵਾਲੇ ਦਿਨ ਮਨਾਉਂਦੇ ਨੇ। ਅੱਛਾ। ਹਾਂ, ਇਸੇ ਤਰ੍ਹਾਂ ਗੁਜਰਾਤ ਯੂਨੀਵਰਸਿਟੀ ਦਾ ਨੱਚਦਾ ਮੋਰ ਵੀ ਉਹਨਾਂ ਦਾ ਹੀ ਪ੍ਰਤੀਕ ਮੰਨਿਆ ਜਾਂਦਾ ਹੈ। ਇਹ ਦੱਸਦਾ ਹੈ ਤੇ ਸਿੱਖਿਆ ਤੇ ਕਲਾ ਦੇ ਖੇਤਰ 'ਚ ਉਹਨਾਂ ਦੀ ਪ੍ਰੇਰਣਾ ਅੱਜ ਵੀ ਜਾਰੀ ਹੈ।
ਤਾਂ ਫਿਰ ਸਾਰੀ ਗੱਲਬਾਤ ਦਾ ਨਿਚੋੜ ਇਹ ਨਿਕਲਦਾ ਹੈ ਕਿ ਸਰਸਵਤੀ ਸਿਰਫ ਗਿਆਨ ਜਾਂ ਕਲਾ ਦੀ ਦੇਵੀ ਹੀ ਨਹੀਂ। ਨਹੀਂ, ਸਿਰਫ ਉਹੀ ਨਹੀਂ, ਉਹ ਇੱਕ ਪੂਰਾ ਸੰਕਲਪ ਨੇ, ਸ਼ੁੱਧਤਾ ਦਾ, ਅਨੁਸ਼ਾਸਨ ਦਾ, ਸਹੀ ਗਲਤ ਦੀ ਪਹਿਚਾਨ ਯਾਨੀ ਵਿਵੇਕ ਦਾ। ਤੇ ਉਹਨਾਂ ਦਾ ਅਸਰ ਭੂਗੋਲਿਕ ਤੇ ਧਾਰਮਿਕ ਸਰਹੱਦਾਂ ਤੋਂ ਕਿਤੇ ਅੱਗੇ ਤੱਕ ਫੈਲਿਆ ਹੋਇਆ ਹੈ। ਬਿਲਕੁਲ, ਉਹਨਾਂ ਦਾ ਸਰੂਪ ਸਾਨੂੰ ਯਾਦ ਕਰਾਉਂਦਾ ਹੈ ਕਿ ਅਸਲ ਗਿਆਨ ਸਿਰਫ ਜਾਣਕਾਰੀ ਇਕੱਠੀ ਕਰਨਾ ਨਹੀਂ ਹੁੰਦਾ। ਹਾਂ, ਉਸ ਨੂੰ ਵਰਤਣਾ ਵੀ ਆਣਾ ਚਾਹੀਦਾ। ਹਾਂ, ਉਸ ਤੇ ਅਮਲ ਕਰਨਾ ਯਾਨੀ ਅਨੁਸ਼ਾਸਨ ਜੋ ਮਾੜਾ ਦਰਸਾਉਂਦੀ ਹੈ, ਤੇ ਉਸ ਦੀ ਸਹੀ ਵਰਤੋਂ ਯਾਨੀ ਵਿਵੇਕ ਜੋ ਹੰਸ ਦਰਸਾਉਂਦਾ ਹੈ। ਚਲੋ ਇੱਥੇ ਇੱਕ ਸਵਾਲ ਛੱਡ ਜਾਣੇ ਆ ਸੋਚਣ ਲਈ। ਅੱਜ ਦਾ ਯੁੱਗ ਸੂਚਨਾ ਦਾ ਯੁੱਗ ਹੈ, ਇਨਫੋਰਮੇਸ਼ਨ ਓਵਰਲੋਡ ਹੈ ਹਰ ਪਾਸੇ। ਹਾਂ, ਬਹੁਤ ਜ਼ਿਆਦਾ। ਤਾਂ ਐਸੇ ਸਮੇਂ 'ਚ ਸਰਸਵਤੀ ਦਾ ਇਹ ਵਿਚਾਰ ਕਿ ਗਿਆਨ ਦੇ ਨਾਲ ਅਨੁਸ਼ਾਸਨ ਤੇ ਵਿਵੇਕ ਮਤਲਬ ਸੋਚ ਸਮਝ ਕੇ ਵਰਤੋਂ ਵੀ ਜ਼ਰੂਰੀ ਹੈ, ਇਹ ਕਿੰਨਾ ਕੁ ਅਹਿਮ ਹੋ ਜਾਂਦਾ ਹੈ? ਹਾਂ, ਸ਼ਾਇਦ ਪਹਿਲਾਂ ਨਾਲੋਂ ਵੀ ਜ਼ਿਆਦਾ ਅਹਿਮ ਇਸ ਤੇ ਸੋਚਿਆ ਜਾ ਸਕਦਾ ਹੈ। ਬਿਲਕੁਲ। ਚਲੋ ਫਿਰ ਐਸੇ ਵਿਚਾਰ ਨਾਲ ਅੱਜ ਦੀ ਗੱਲਬਾਤ ਖਤਮ ਕਰਦੇ ਹਾਂ। ਅਗਲੀ ਵਾਰ ਫਿਰ ਮਿਲਾਂਗੇ। जरूर। सत श्री अकाल। सत श्री अकाल। तो आज हम एक बहुत ही दिलचस्प शख्सियत सरस्वती पर बात करने वाले हैं। इल्म, मौसीकी, फनून, हिकमत, इन सब से उनका नाम जुड़ा है। हमारे पास जो मवाद है वो काफी मुख्तलिफ जराए से है। कुछ मजहबी हवाले हैं, कुछ तज्जियाती बातें हैं। तो कोशिश यही है कि इन सब को मिलाकर सरस्वती की कहानी, उनकी अलामतों और मुख्तलिफ जगहों पर उनकी अहमियत को समझा जाए। तो आइए शुरू करते हैं। सबसे पहले बिल्कुल इब्तिदा में चलते हैं। वेदों में क्या जिक्र मिलता है उनका? जी देखिए, सबसे पुरानी किताब ऋग्वेद में सरस्वती का तस्वुर काफी मुख्तलिफ है। वहाँ वो बुनियादी तौर पर एक बहुत ही ताकतवर दरिया है, जिंदगी देने वाली, पाक करने वाली, इतनी ताकतवर कि पहाड़ तोड़ दें। उन्हें कहा गया है नदियों में बेहतरीन, माओं में बेहतरीन, देवियों में बेहतरीन। ये एक तरह से फितरत की जबरदस्त कुव्वत का इजहार था। एक दरिया, और आज हम उन्हें इल्म की देवी के तौर पर जानते हैं। जी। ये सफर कैसे हुआ? ये तब्दीली कब आई? हाँ, ये तब्दीली आई वैदिक दौर के बाद, यानी पुराणिक दौर में। इस दौर में देवी देवताओं की मूर्ति पूजा और भक्ति यानी जाती अकीदत ज्यादा अहम हो गई। तो सरस्वती सिर्फ एक कुदरती ताकत नहीं रही, उनको इंसानी शक्ल मिली, उनसे जुड़ी कहानियां बनी। जैसे ब्रह्मा जो खालिक माने जाते हैं। जी, कायनात के खालिक। बिल्कुल। तो उनके साथ सरस्वती का रिश्ता कई कहानियों में आता है, कहीं बेटी कहीं बीवी। ये कहानियां शायद ये दिखाती हैं कि इल्म और तख्लीक का आपस में कितना गहरा और कभी-कभी थोड़ा पेचीदा ताल्लुक है। वाकई ये कहानियां तो काफी गहरी हैं। अच्छा, जब हम सरस्वती की मूर्ति या तस्वीर देखते हैं तो उनमें कुछ खास चीजें नजर आती हैं? सफेद लिबास, सफेद कमल का फूल, ये तो आम है। जी हाँ, सफेद रंग पाकीज़गी की अलामत है और कमल वो कीचड़ में खिलकर भी साफ रहता है। ये इस बात की तरफ इशारा है कि दुनियावी चीजों से ऊपर उठकर इल्म हासिल करना चाहिए। उनके 4 हाथ भी बहुत अहम हैं। 4 हाथ? उनका क्या मतलब? वो असल में इंसानी शख्सियत के 4 पहलू हैं। हमारा जहन जिसे मनस कहते हैं, हमारी अकल या समझ यानी बुद्धि, हमारा शऊर और याददाश्त चित्त, और हमारी अपनी पहचान अहंकार यानी अना। और हाथों में भी तो कुछ चीजें होती हैं। किताब है, वो साज है, माला है। जी, वीणा वो जो साज है वो मौसीकी और तमाम फनूने लतीफा में महारत दिखाता है। किताब या पुस्तक वो वेदों और हर किस्म के इल्म की नुमाइंदगी करती है और बताती है कि इल्म के लिए पढ़ना कितना जरूरी है। और माला यानी अक्षमाला वो रूहानी डिसिप्लिन, ध्यान, कंसंट्रेशन की अलामत है। ये सब मिलकर इल्म के मुख्तलिफ रंग दिखाते हैं। और इनकी सवारी हंस, इसके बारे में क्या खास बात है? हंस सिर्फ एक परिंदा नहीं है, इसके बारे में कहा जाता है कि इसमें नीर कशीर विवेक की सलाहियत है। नीर कशीर विवेक, वो क्या होता है? यानी वो दूध और पानी मिले हों तो सिर्फ दूध अलग करके पी सकता है। ये असल में विवेक की अलामत है, सही और गलत, सच और झूठ में फर्क करने की जो अक्ली सलाहियत होती है। अच्छा, यानी इल्म हासिल करने वाले के लिए ये बहुत जरूरी है। जी बिल्कुल, ताकि वो हकीकत को वहम से अलग कर सके। ये तो बहुत ही दिलचस्प बात है। अच्छा, उनकी पूजा के लिए कोई खास दिन भी तो है, वो वसंत पंचमी? जी हाँ, वसंत पंचमी बाहर के मौसम में आती है। ये सरस्वती का जन्मदिन माना जाता है। इस दिन पीला रंग बहुत खास होता है। सरसों के फूल खिलते हैं तो वो रंग इल्म की तवनाई को भी जाहिर करता है। लोग सुबह पूजा करते हैं, पीले कपड़े पहनते हैं और खास तौर पर छोटे बच्चों की पढ़ाई शुरू करवाने की एक रस्म होती है, अक्षर अभ्यास या विद्यारंग। इन सब तस्वीरों और कहानियों में कोई गहरा पैगाम भी तो छुपा होगा। बिल्कुल, अलामती तौर पर देखें तो हर चीज इल्म की पाकीज़गी, मुसलसल सीखते रहने की जरूरत और फन की खूबसूरती की तरफ इशारा करती है। एक कहानी कुंभकर्ण की भी आती है। वो एक देव था। हाँ, वो जो बहुत सोता था। जी, तो जब उसे वरदान मांगना था, कहते हैं सरस्वती उसकी जुबान पर बैठ गईं ताकि वो कुछ गलत न मांग ले। ये एक तरह से इल्म की ताकत और जुबान यानी बोली हुई बात को काबू में रखने की अहमियत बताती है। कभी कभी इल्म से तकब्बुर भी आ सकता है, इसीलिए बाज़-औक़ात मोर भी उनके साथ दिखाया जाता है। अच्छा, क्या सरस्वती सिर्फ हिंदू धर्म में ही है या दूसरे मजहबों में भी उनका कोई जिक्र है? ये अहम सवाल है। नहीं, वो सिर्फ हिंदू मत तक महदूद नहीं। जैन मत में उन्हें श्रुता द्योता कहते हैं, यानी मुकद्दस किताबों की देवी जो तालीमात की हिफाजत करती हैं। बुद्ध मत में भी खास तौर पर महायान फिरके में उनका जिक्र मिलता है।
वहाँ वो मानने वालों की हिफाजत करने वाली और उनकी जहानत बढ़ाने वाली देवी हैं। इससे पता चलता है कि इल्म और हिकमत की कद्र तो कई रिवायात में मुश्तरक है। और क्या ये तस्वर हिंदुस्तान से बाहर भी गया? जी हाँ, मशरक की तरफ गया। चीन में इन्हें ब्यान चाइतियान कहा गया, जिसका मतलब है फसाहत की देवी। और फिर ये तस्वुर जापान पहुंचा, जहां वो बेंजाइतिन के नाम से जानी जाती हैं। जापान में वो वहाँ के मकामी देवताओं यानी कामी के साथ मिल गईं और उन्हें पानी, म्यूजिक और अच्छी किस्मत से जोड़ा गया। वो जापान के 7 खुशकिस्मत खुदाओं में से एक हैं। तो देखें, सरस्वती की कहानी एक दरिया से शुरू हुई और इल्म, फन, हिकमत की एक ऐसी देवी तक पहुंची जिन्हें मुख्तलिफ मजहबों और तहजीबों ने कबूल किया। ये सोचने की बात है कि इल्म की ये जो आलमगीर तलाश है, जिसे एक देवी की शक्ल में देखा गया, ये इंसानी तहजीब की बुनियादी इक़दार के बारे में हमें क्या बताती है? शायद यही कि इल्म की ताकत और उसे सही सिमत में इस्तेमाल करने की जरूरत वो आज भी उतनी ही अहम है जितनी हजारों साल पहले थी। ज्ञान की देवी का वो रहस्य जो किताबों में नहीं मिलता। प्रस्तावना: क्या आप जानते हैं कि देवी सरस्वती एक नदी थी? आज हम ज्ञान, कला और संगीत की देवी माँ सरस्वती के एक ऐसे रहस्य से पर्दा उठाएंगे जो उनकी कहानी को पूरी तरह बदल देता है। हम जानेंगे कि कैसे एक नदी देवी बनी, उनके प्रतीकों का गहरा अर्थ क्या है और कैसे वो आज भी हमारे जीवन को प्रेरणा देती हैं। नमस्ते, ज्ञान की गंगा में डुबकी लगाने के लिए तैयार हो जाइए। नदी से देवी तक का सफर। क्या आप जानते हैं वेदों में सरस्वती को नदी तमे, देवी तमे, अम्बी तमे कहा गया है, यानी सबसे श्रेष्ठ नदी, सबसे श्रेष्ठ देवी और सबसे श्रेष्ठ माँ। वो एक विशाल नदी थी जो आज के हरियाणा और राजस्थान से होकर बहती थी। ये नदी जीवन देती थी और इसके किनारे ही महान वैदिक सभ्यता फली फूली। पर समय के साथ भूगर्भीय परिवर्तनों के कारण ये महानदी विलुप्त हो गई। पर सरस्वती का प्रवाह रुका नहीं। उनका भौतिक रूप भले ही लुप्त हो गया, पर वे ज्ञान की एक शाश्वत धारा के रूप में प्रकट हुई। जैसे नदी बहकर ज्ञान देती है, वैसे ही वो वाणी और ज्ञान की देवी बन गई। माँ सरस्वती के स्वरूप का गहरा संदेश। अब जरा माँ सरस्वती के स्वरूप को देखिए। उनका हर प्रतीक एक गहरा संदेश देता है। श्वेत वस्त्र और कमल, ये सब परम पवित्रता और शांति का प्रतीक है। ये हमें सिखाते हैं कि सच्चा ज्ञान शांत और निर्मल मन में ही आता है। वीणा, ये सिर्फ संगीत नहीं बल्कि जीवन में सामंजस्य का प्रतीक है। ये बताती है कि ज्ञान और कला मिलकर ही जीवन को सुंदर बनाते हैं। पुस्तक, ये वेदों का यानी समस्त ज्ञान का प्रतीक है। माला, ये हमें ध्यान और अनुशासन की शक्ति याद दिलाती है। वाहन, हंस, विवेक का प्रतीक। और उनका वाहन हंस में एक अद्भुत क्षमता होती है। वो दूध और पानी के मिश्रण में से सिर्फ दूध पी सकता है। यह हमें विवेक की शक्ति सिखाता है, यानी जीवन के सार और असार के बीच भेद करने की क्षमता, ताकि हम हमेशा सत्य और ज्ञान का मार्ग चुन सकें। भारत से परे सरस्वती। सिर्फ हिंदू धर्म में ही नहीं, जैन और बौद्ध धर्म में भी सरस्वती को पूजा जाता है। जापान में तो उन्हें बेंजाइतेन के नाम से जानते हैं और वो वहाँ की 7 सबसे भाग्यशाली देवताओं में से एक है। माँ सरस्वती का सच्चा आशीर्वाद। माँ सरस्वती का सच्चा आशीर्वाद केवल अकादमिक सफलता या परीक्षा में अच्छे अंक लाना नहीं है, बल्कि उस ज्ञान को विवेक में बदलना है जो हमें जीवन जीने की कला सिखाता है। तो अगली बार जब आप कोई किताब पढ़ें, कोई संगीत सुने या कुछ नया सीखें, तो याद रखिएगा, ये माँ सरस्वती का ही आशीर्वाद है जो आप तक पहुंच रहा है। अगर आपको ये जानकारी अच्छी लगी तो इसे अपने दोस्तों के साथ शेयर करें और कमेंट्स में जय माँ सरस्वती जरूर लिखें। याद रखिए, ज्ञान की ये ज्योति आपके जीवन को हमेशा रोशन करती रहे। मिलते हैं अगले वीडियो में। धन्यवाद। संतोष ही जीवन की सबसे बड़ी सफलता है। सच्चा धन मन की शांति में है, बाहरी दौलत में नहीं। आपकी कहानी आपकी अपनी है। इसे अपनी गति से जिएं और हर पल को खास बनाएं।